अस्सलाम वालेकुम। शानी जट वीलॉग ਦੇ ਵਿੱਚ ਤੁਹਾਨੂੰ ਸਭ ਨੂੰ ਬਹੁਤ-ਬਹੁਤ ਖੁਸ਼ਾਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਆਬਾਦ ਹੋ ਅੱਲਾਹ ਪਾਕ ਤੁਹਾਨੂੰ ਸਭ ਨੂੰ ਆਪਣੀ ਹਿਫਜ਼ ਅਮਾਨ ਦੇ ਵਿੱਚ ਰੱਖੇ, ਆਮੀਨ। ਮੇਰੇ ਉਹ ਦੋਸਤ, ਮੇਰੇ ਉਹ ਭਰਾ ਜਿਹੜੇ ਅੱਜ ਪਹਿਲੀ ਵਾਰੀ ਮੇਰੇ ਚੈਨਲ ਦੇ ਵਿੱਚ ਆਏ ਨੇ, ਉਹਨਾਂ ਕੋਲੋਂ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਕਿ ਮੇਰਾ ਵੀਲੌਗ ਬਰ ਵਕਤ ਤੁਹਾਡੇ ਤੱਕ ਪਹੁੰਚੇ ਤੇ ਕੋਸ਼ਿਸ਼ ਕਰੋ ਕਿ ਮੇਰੇ ਵੀਲੌਗ ਨੂੰ ਆਖਿਰ ਤੱਕ ਦੇਖੋ ਤਾਂ ਕਿ ਹਰ ਖਬਰ ਜਿਹੜੀ ਹੈ ਤੁਹਾਡੇ ਤੱਕ ਪਹੁੰਚ ਜਾਏ। ਜਨਾਬ, ਅੱਜ ਦੋ ਖਬਰਾਂ ਨੇ ਜਿਹੜੀਆਂ ਕਿ ਡਿਸਕਸ ਕਰਨੀਆਂ ਨੇ ਤੁਹਾਡੇ ਨਾਲ। ਜਿਹੜੀ ਸਭ ਤੋਂ ਵੱਡੀ ਖਬਰ ਹੈਗੀ ਅੱਜ ਦੀ ਉਹ ਇਹ ਹੈਗੀ ਹੈ ਕਿ ਇਸਲਾਮਾਬਾਦ ਹਾਈ ਕੋਰਟ ਨੇ ਜਿਹੜੇ 5 ਜੱਜ ਹੈਗੇ ਸਨ ਜਿਨ੍ਹਾਂ ਨੂੰ ਟਰਾਂਸਫਰ ਕਰਨਾ ਸੀ, ਉਹ ਇਜਲਾਸ ਬੁਲਾਇਆ ਸੀ ਤੇ ਉਹਦੇ 'ਚ ਫੈਸਲੇ ਕੀਤੇ ਗਏ, ਜਿਹਦੇ 'ਚ 3 ਜੱਜਾਂ ਨੂੰ ਜਿਹੜਾ ਨਾ ਟਰਾਂਸਫਰ ਕਰ ਦਿੱਤਾ ਗਿਆ ਤੇ ਜਿਹੜੇ 2 ਜੱਜ ਸਨ ਉਹਨਾਂ ਨੂੰ ਜਿਹੜਾ ਨਾ ਉਹਨਾਂ ਦੀ ਟਰਾਂਸਫਰ ਜਿਹੜੀ ਨਾ ਉਹ ਰੋਕ ਦਿੱਤੀ ਗਈ ਹੈ। ਹੁਣ ਜਿਹੜੇ 3 ਜੱਜ ਨੇ ਜਿਨ੍ਹਾਂ ਨੂੰ ਟਰਾਂਸਫਰ ਕੀਤਾ ਗਿਆ ਉਹਦੇ ਵਿੱਚ ਹੈਗਾ ਬਾਬਰ ਸੱਤਾਰ ਸਾਹਿਬ, ਮੋਹਸਨ ਅਖਤਰ ਕਿਆਨੀ ਸਾਹਿਬ ਤੇ ਰਿਫਤ ਸੁਮਨ ਸਾਹਿਬਾ ਰਿਫਤ ਸੁਮਨ ਸਾਹਿਬਾ। ਇਹਨਾਂ ਨੂੰ ਜਿਹੜਾ ਨਾ ਟਰਾਂਸਫਰ ਕਰ ਦਿੱਤਾ ਗਿਆ ਤੇ ਜਿਹੜੇ 2 ਜੱਜ ਨੇ ਜਿਹਦੇ ਵਿੱਚ ਤਾਹਿਰ ਅਰਬਾਬ ਸਾਹਿਬ ਨੇ ਤੇ ਖਾਲਿਦ ਸੁਮਰੋ ਸਾਹਿਬ ਨੇ, ਇਹਨਾਂ ਨੂੰ ਜਿਹੜਾ ਨਾ ਇਹਨਾਂ ਦੀ ਟਰਾਂਸਫਰ ਜਿਹੜੀ ਨਾ ਰੋਕ ਦਿੱਤੀ ਗਈ ਹੈ। ਬਾਬਰ ਸੱਤਾਰ ਸਾਹਿਬ ਨੂੰ ਟਰਾਂਸਫਰ ਕੀਤਾ ਗਿਆ ਪਿਸ਼ਾਵਰ ਹਾਈ ਕੋਰਟ ਦੇ ਵਿੱਚ। ਸੁਮਨ ਰਿਫਤ ਸਾਹਿਬਾ ਨੂੰ ਟਰਾਂਸਫਰ ਕੀਤਾ ਗਿਆ ਸਿੰਧ ਹਾਈ ਕੋਰਟ ਦੇ ਵਿੱਚ ਤੇ ਕੀ ਨਾਂ ਲਈਦਾ ਮੋਹਸਨ ਅਖਤਰ ਖਿਆਨੀ ਸਾਹਿਬ ਨੂੰ ਟਰਾਂਸਫਰ ਕੀਤਾ ਗਿਆ ਲਾਹੌਰ ਹਾਈ ਕੋਰਟ ਦੇ ਵਿੱਚ। ਠੀਕ ਹੈ, ਤੇ ਇਸਲਾਮਾਬਾਦ ਵਿੱਚ ਭਾਲੇ ਸਫਾਈ ਦਾ ਕੰਮ ਜਿਹੜਾ ਨਾ ਉਹ ਸ਼ੁਰੂ ਹੋ ਚੁੱਕਿਆ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜਾ ਨਾ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਜੱਜਾਂ ਨੂੰ ਜਿਹੜੇ ਕਾਨੂੰਨ ਤੇ ਆਇਨ ਦੇ ਮੁਤਾਬਿਕ ਫੈਸਲੇ ਨਹੀਂ ਕਰ ਰਹੇ ਨੇ ਤੇ ਇਹਨਾਂ ਨੂੰ ਜਿਹੜਾ ਨਾ ਉਧਰੋਂ ਕੱਢ ਕੇ ਤੇ ਕਿਤੇ ਹੋਰ ਐਡਜਸਟ ਕੀਤਾ ਜਾਏਗਾ ਤੇ ਹੁਣ ਜਿਹੜਾ ਨਾ ਇਹਨਾਂ ਦੀ ਜਗ੍ਹਾ ਜਿਹੜੀ ਇਹਨਾਂ ਦੀ ਖਾਨਾਪੁਰੀ ਐਸੇ ਜੱਜਾਂ ਦੇ ਨਾਲ ਕੀਤੀ ਜਾਏਗੀ ਕਿ ਜਿਹੜੇ ਕਾਨੂੰਨ ਤੇ ਆਇਨ ਦੇ ਮੁਤਾਬਿਕ ਫੈਸਲੇ ਕਰਨਗੇ, ਕਿਸੇ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਹੋਣਗੇ, ਸਿਰਫ ਪਾਕਿਸਤਾਨ ਵਾਸਤੇ ਕੰਮ ਕਰਨਗੇ ਤੇ ਕਾਨੂੰਨ ਤੇ ਆਇਨ ਦੇ ਗੁਲਾਮ ਹੋਣਗੇ। ਠੀਕ ਹੈ, ਤੇ ਜਨਾਬ ਇਹਨਾਂ 3 ਜੱਜਾਂ ਨੂੰ ਜਿਹੜਾ ਨਾ ਉਹ ਟਰਾਂਸਫਰ ਕਰ ਦਿੱਤਾ ਗਿਆ ਤੇ ਕੱਲ੍ਹ ਤੋਂ ਜਿਹੜਾ ਨਾ ਇਹ ਆਪਣੀਆਂ ਨੌਕਰੀਆਂ ਉੱਥੇ ਜਾ ਕੇ ਜਿਹੜਾ ਨਾ ਇਹ ਸ਼ੁਰੂ ਕਰਨਗੇ। ਤੁਹਾਨੂੰ ਸਭ ਨੂੰ ਪਤਾ ਹੈ ਕਿ ਬਾਬਰ ਸੱਤਾਰ ਸਾਹਿਬ ਕੋਲ ਜਿਹੜੀ ਨਾ ਉਹ ਦੋਹਰੀ ਸ਼ਹਿਰੀਅਤ ਹੈਗੀ ਹੈ, ਇੱਕ ਉਹਨਾਂ ਕੋਲ ਅਮਰੀਕਾ ਦੀ ਹੈ ਤੇ ਇੱਕ ਉਹਨਾਂ ਕੋਲ ਪਾਕਿਸਤਾਨ ਦੀ ਹੈ। ਸਾਰਾ ਖਾਨਦਾਨ ਬਾਬਰ ਸੱਤਾਰ ਸਾਹਿਬ ਦਾ ਅਮਰੀਕਾ ਦੇ ਵਿੱਚ ਮੁਕੀਮ ਹੈਗਾ। ਇਹ ਇਕੱਲੇ ਵਾਹਿਦ ਜੱਜ ਹੈਗੇ ਨੇ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਹੈਗੇ ਨੇ ਤੇ ਇੱਥੇ ਕੰਮ ਕਰਦੇ ਨੇ ਤੇ ਜਦੋਂ ਛੁੱਟੀਆਂ ਹੁੰਦੀਆਂ ਨੇ ਤੇ ਅਮਰੀਕਾ ਚਲੇ ਜਾਂਦੇ ਨੇ ਆਪਣੇ ਬੀਵੀ ਬੱਚਿਆਂ ਕੋਲ। ਠੀਕ ਹੈ, ਤੇ ਇਹਨਾਂ ਨੇ ਵੀ ਕਾਫੀ ਜਿਹੜਾ ਸੀ ਨਾ ਉਹ ਮਸਲੇ ਖੜੇ ਕੀਤੇ ਸਨ ਤੇ ਫੈਸਲੇ ਸਹੀ ਨਹੀਂ ਕਰ ਰਹੇ ਸਨ ਤੇ ਇਹਨਾਂ ਨੂੰ ਜਿਹੜਾ ਸੀ ਨਾ ਬਾਰ-ਬਾਰ ਦੱਸਿਆ ਗਿਆ, ਸਮਝਾਇਆ ਗਿਆ ਕਿ ਬਈ ਕਾਨੂੰਨ ਤੇ ਆਇਨ ਦੇ ਮੁਤਾਬਿਕ ਚਲੋ ਤੁਹਾਡਾ ਮਨਸਬ ਇਸ ਚੀਜ਼ ਦੀ ਇਜਾਜ਼ਤ ਨਹੀਂ ਦੇਣਾ, ਲੇਕਿਨ ਇਹਨਾਂ ਨੇ ਕਸਮ ਖਾਧੀ ਸੀ ਕਿ ਜੀ ਮੈਂ ਸਿਰਫ ਇੱਕ ਪਾਰਟੀ ਦੀ ਹੀ ਖਿਦਮਤ ਕਰਨੀ ਹੈ ਤੇ ਪਾਕਿਸਤਾਨ ਦੀ ਖਿਦਮਤ ਨਹੀਂ ਕਰਨੀ। ਤੇ ਮੁਹਸਨ ਅਖਤਰ ਖਿਆਨੀ ਜਿਹੜੇ ਸੀਨੀਅਰ ਜੱਜ ਸਨ ਜਿਨ੍ਹਾਂ ਦੀ ਉੱਤੇ ਹੈ ਸੀ ਕਿ ਨੈਕਸਟ ਜਿਹੜੇ ਸਨ ਉਹ ਚੀਫ ਜਸਟਿਸ ਬਣਨਗੇ ਇਸਲਾਮਾਬਾਦ ਹਾਈ ਕੋਰਟ ਦੇ, ਲੇਕਿਨ ਇਹਨਾਂ ਨੇ ਆਪਣਾ ਚਾਂਸ ਐਸੇ ਕੋਲੋਂ ਗਵਾ ਦਿੱਤਾ ਕਿਉਂਕਿ ਇਹਨਾਂ ਨੇ ਵੀ ਜਿਹੜਾ ਸੀ ਨਾ ਇੱਕ ਸਿਆਸੀ ਪਾਰਟੀ ਦਾ ਝੰਡਾ ਬੜੀ ਮਜ਼ਬੂਤੀ ਦੇ ਨਾਲ ਫੜ ਲਿਆ ਤੇ ਫਿਰ ਉਹਦੇ ਨਾਲ ਹੀ ਆਪਣੀ ਵਫਾਦਾਰੀਆਂ ਨਿਭਾਈਆਂ ਤੇ ਪਾਕਿਸਤਾਨ ਦੇ ਨਾਲ ਜਿਹੜਾ ਸੀ ਨਾ ਉਹਨਾਂ ਨੇ ਵਫਾਦਾਰੀ ਨਹੀਂ ਨਿਭਾਈ ਤੇ ਕੋਈ ਵੀ ਫੈਸਲਾ ਕਾਨੂੰਨ ਤੇ ਆਇਨ ਦੇ ਮੁਤਾਬਿਕ ਨਹੀਂ ਕੀਤਾ ਤੇ ਲਿਹਾਜ਼ਾ ਇਹਨਾਂ ਦੀ ਵੀ ਜਿਹੜਾ ਨਾ ਛੁੱਟੀ ਕਰਾਈ। ਫਿਰ ਜਿਹੜੀ ਸੁਮਨ ਰਿਫਤ ਸਾਹਿਬ ਹੈਗੀਆਂ ਨੇ ਉਹਨਾਂ ਨੇ ਵੀ ਆਪਣੇ ਆਪ ਨੂੰ ਇਹੀ ਜ਼ਾਹਿਰ ਕੀਤਾ ਕਿ ਜੀ ਕਿ ਮੇਰਾ ਵੀ ਤਾਲੁਕ ਜਿਹੜਾ ਨਾ ਉਹ ਇੱਕ ਸਿਆਸੀ ਪਾਰਟੀ ਦੇ ਨਾਲ ਹੈ ਤੇ ਲਿਹਾਜ਼ਾ ਮੈਂ ਕਸਮ ਖਾਧੀ ਹੈ ਕਿ ਦੁਨੀਆ ਇੱਧਰ ਉੱਧਰ ਹੋ ਜਾਏ ਤੇ ਮੈਂ ਪਾਕਿਸਤਾਨ ਦਾ ਸਾਥ ਨਹੀਂ ਦੇਣਾ ਤੇ ਮੈਂ ਸਿਰਫ ਉਸ ਪਾਰਟੀ ਦਾ ਹੀ ਸਾਥ ਦੇਣਾ ਭਾਵੇਂ ਕੁਝ ਵੀ ਹੋ ਜਾਏ। ਤੇ ਇਹਨਾਂ 3 ਨੂੰ ਜਿਹੜਾ ਨਾ ਬਹੁਤ ਜ਼ਿਆਦਾ ਜਿਹੜਾ ਸੀ ਨਾ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਦੀ ਸਮਝ ਵਿੱਚ ਨਹੀਂ ਆਇਆ। ਇੱਕ ਹੋਰ ਜਿਹੜਾ ਸੀ ਜੱਜ ਜਹਾਂਗੀਰੀ ਜਿਹੜਾ ਸੀ ਉਹ ਤਾਰਿਕ ਜਹਾਂਗੀਰੀ, ਉਹ ਤੁਹਾਨੂੰ ਪਤਾ ਜਾਲੀ ਡਿਗਰੀ ਵਾਲਾ ਸੀ ਤੇ ਉਹਦੀ ਜਨਾਬ ਡਿਗਰੀ ਜਿਹੜੀ ਸੀ ਫੜੀ ਗਈ ਤੇ ਉਹਨੂੰ ਜਿਹੜਾ ਸੀ ਨਾ ਕੱਢ ਦਿੱਤਾ ਗਿਆ ਤੇ ਉਹ ਅੱਜ ਕੱਲ੍ਹ ਘਰ ਬੈਠ ਕੇ ਮਟਰ ਛਿੱਲ ਰਿਹਾ। ਠੀਕ ਹੈ, ਤੇ ਉਹ ਜਿਹੜਾ ਨਾ ਮਰਾਤ ਮੇਰਾ ਖਿਆਲ ਲੈ ਰਿਹਾ ਜਿਹੜੇ ਕੌਮੀ ਖਜ਼ਾਨੇ ਤੋਂ। ਇਸ ਚੀਜ਼ ਦਾ ਮੈਨੂੰ ਬੜਾ ਦੁੱਖ ਹੈ ਕਿ ਜੇ ਤੁਸੀਂ ਕੱਢ ਦਿੱਤਾ ਜਾਂ ਰਿਟਾਇਰਡ ਹੋ ਗਏ ਨੇ ਤੇ ਤੁਸੀਂ ਮਰਾਤ ਕਿਉਂ ਦੇ ਰਹੇ ਹੋ? ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ। ਇਹ ਕੌਮੀ ਖਜ਼ਾਨੇ ਦੇ ਉੱਤੇ ਬੋਝ ਨਹੀਂ, ਇਹ ਆਵਾਮ ਦੇ ਉੱਤੇ ਬੋਝ ਹੈਗਾ। ਠੀਕ ਹੈ, ਤੇ ਇਹ ਜੀ ਅੱਜ ਇਜਲਾਸ ਬੁਲਾਇਆ ਗਿਆ ਸੀ ਤੇ ਉਸ ਇਜਲਾਸ ਦੇ ਵਿੱਚ ਫੈਸਲੇ ਕੀਤੇ ਗਏ ਤੇ ਇਹਨਾਂ 3 ਜੱਜਾਂ ਦੀ ਜਿਹੜੀ ਨਾ ਕਿਸਮਤ ਦਾ ਫੈਸਲਾ ਹੋ ਗਿਆ। ਇਹ 3 ਜੱਜ ਜਿਹੜੇ ਨੇ ਨਾ ਆਉਣ ਵਾਲੇ ਮੁਸਤਕਬਲ ਦੇ ਵਿੱਚ ਇੱਕ ਕਦੀ ਵੀ ਜਿਹੜਾ ਨਾ
ਇਹ ਉਹ ਸੀਨੀਅਰਿਟੀ ਦੀ ਸੀਟ ਦੇ ਉੱਤੇ ਨਹੀਂ ਜਾਣਗੇ ਅਤੇ ਨਾ ਹੀ ਇਹ ਕਦੀ ਜੋ ਬਣ ਸਕਣਗੇ ਚੀਫ ਜਸਟਿਸ ਲਾਹੌਰ ਜਾਂ ਸਿੰਧ ਜਾਂ ਪਿਸ਼ਾਵਰ, ਕਿਉਂਕਿ ਇਹ ਜਿੱਥੇ ਗਏ ਨੇ ਉਹ ਉੱਧਰ ਦੇ ਜਿਹੜੇ ਜੱਜ ਪਹਿਲੇ ਦੇ ਬੈਠੇ ਨੇ ਇਹ ਉਹਨਾਂ ਤੋਂ ਵੀ ਥੱਲੇ ਹੈਗੇ ਨੇ, ਉਹ ਸੀਨੀਅਰਿਟੀ ਦੇ ਵਿੱਚ ਉੱਤੇ ਨੇ ਅਤੇ ਇਹ ਥੱਲੇ ਹੈਗੇ ਨੇ। ਸਮਝ ਆ ਰਹੀ ਹੈ? ਅਤੇ ਇਹਨਾਂ ਦੀ ਜਿਹੜੀ ਨਾ ਕੁੱਲ ਔਕਾਤ ਜਿਹੜੀ ਨਾ ਉਹ ਇਹ ਹੀ ਹੈ। ਬਾਕੀ ਜਿਹੜੇ 2 ਜੱਜ ਸਨ ਖਾਲਿਦ ਸੁਮਰੋ ਅਤੇ ਤਾਹਿਰ ਅਰਬਾਬ ਸਾਹਿਬ, ਉਹਨਾਂ ਨੂੰ ਰੋਕ ਲਿੱਤਾ ਗਿਆ ਫਿਲਹਾਲ, ਅਤੇ ਉਹਨਾਂ ਨੂੰ ਹਾਲੇ ਟਰਾਂਸਫਰ ਨਹੀਂ ਕੀਤਾ ਗਿਆ। ਅਤੇ ਦੇਖੋ ਉਹਨਾਂ ਦੀ ਕਿਸਮਤ ਦਾ ਫੈਸਲਾ ਕੀ ਹੁੰਦਾ, ਰਹਿਣਾ ਕਿ ਨਹੀਂ ਰਹਿਣਾ, ਉਹ ਵੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲ ਜਾਏਗਾ। ਦੂਸਰੀ ਤੁਹਾਨੂੰ ਮੈਂ ਇੱਕ ਖਬਰ ਦੇਣੀ ਹੈ, ਜਨਾਬੇ ਅਲੀ ਮਤੀਉੱਲਾ ਜਾਨ, ਇਹ ਜਨਾਬ ਯੂਟਿਊਬਰ ਹੈਗਾ ਜੇ, ਇਹਦਾ ਸਹਾਫਤ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ, ਇਹ ਮੈਂ ਤੁਹਾਨੂੰ ਗਰੰਟੀ ਦੇ ਨਾਲ ਕਹਿ ਸਕਦਾ, ਕਿਉਂਕਿ ਜਿਹੜਾ ਸਹਾਫੀ ਹੁੰਦਾ ਨਾ ਉਹ ਬਿਲਕੁਲ ਆਪਣੀ ਸਹਾਫਤ ਨੂੰ ਜਿਹੜਾ ਨਾ ਉਹ ਆਪਣੀ ਜ਼ਾਤੀ ਚੁਆਇਸ ਨੂੰ ਇੱਕ ਸਾਈਡ 'ਤੇ ਰੱਖ ਕੇ ਕਰਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਜੀ ਕਿ ਤੁਸੀਂ ਸਹਾਫੀ ਹੈਗੇ ਅਤੇ ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਕਿਸੇ ਸਿਆਸੀ ਪਾਰਟੀ ਨੂੰ ਸਪੋਰਟ ਕਰੋ ਜਾਂ ਕਿਸੇ ਆਪਣੇ ਲੀਡਰ ਨੂੰ ਸਪੋਰਟ ਕਰੋ ਜਾਂ ਨਾ ਕਰੋ, ਜ਼ਰੂਰ ਕਰੋ, ਲੇਕਿਨ ਜੇ ਤੁਸੀਂ ਸਹਾਫਤ ਕਰਦੇ ਹੋ ਨਾ ਅਤੇ ਫਿਰ ਤੁਹਾਨੂੰ ਜਿਹੜਾ ਨਾ ਬਿਲਕੁਲ ਇਮਾਨਦਾਰੀ ਦੇ ਨਾਲ ਸਹਾਫਤ ਕਰਨੀ, ਜੇ ਬੁਰਾਈ ਤੁਹਾਨੂੰ ਤੁਹਾਡੇ ਲੀਡਰ 'ਚ ਨਜ਼ਰ ਆ ਰਹੀ ਤਾਂ ਉਹ ਬਿਆਨ ਕਰੋ। ਵੈਸੇ ਸਹਾਫੀ ਨੂੰ ਨਿਊਟਰਲ ਹੋਣਾ ਚਾਹੀਦਾ ਅਤੇ ਆਪਣੇ ਮੁਲਕ ਦੇ ਨਾਲ ਹੀ ਸਿਰਫ ਵਫਾਦਾਰ ਰਹਿਣਾ ਚਾਹੀਦਾ, ਕਿਸੇ ਸਿਆਸੀ ਪਾਰਟੀ ਦਾ ਤਾਂ ਜਿਹੜਾ ਨਾ ਉਹ ਕਾਰਿੰਦਾ ਨਹੀਂ ਬਣਨਾ ਚਾਹੀਦਾ। ਮਤੀਉੱਲਾ ਜਾਨ ਦਾ ਕਸੂਰ ਕੀ ਹੈ ਉਹ ਮੈਂ ਤੁਹਾਨੂੰ ਦੱਸ ਦੇਣਾ। ਇਹਨੂੰ ਭਾਜੀ ਕੱਢ ਦਿੱਤਾ, ਨਿਊ ਜਿਹੜੇ ਚੈਨਲ ਹੈਗਾ ਨਾ ਉਹਨੇ ਕੱਢ ਦਿੱਤਾ ਨੌਕਰੀ ਤੋਂ ਇਹਨੂੰ, ਇਹ ਯੂਟਿਊਬਰ ਹੈਗਾ ਅਤੇ ਕੱਢਿਆ ਕਿਸੇ ਕੋਲ, ਤੁਹਾਨੂੰ ਪਤਾ ਹੈ ਜਿਹੜਾ ਇੰਟਰਨੈਸ਼ਨਲ ਮੀਡੀਆ ਇਸ ਟਾਈਮ ਇਸਲਾਮਾਬਾਦ ਵਿੱਚ ਮੌਜੂਦ ਹੈ, ਅਮਰੀਕਾ ਦਾ ਜਿਹੜਾ ਹੈਗਾ ਮੀਡੀਆ ਰਿਪੋਰਟਰ ਸਹਾਫੀ ਜਿੰਨੇ ਵੀ ਨੇ ਉਹ ਸਾਰੇ ਇਸਲਾਮਾਬਾਦ ਵਿੱਚ ਮੌਜੂਦ ਨੇ, ਘੁੰਮ ਫਿਰ ਰਹੇ ਨੇ, ਯਾਸ਼ੀਆਂ ਖਾ ਰਹੇ ਨੇ, ਖਾਬੇ ਛਾਬੇ ਖਾ ਰਹੇ ਨੇ, ਗੋਲਫ ਖੇਡ ਰਹੇ ਨੇ, ਆਪਣਾ ਪਾਕਿਸਤਾਨ ਦਾ ਜਿਹੜਾ ਮੁਸਬਤ ਚਿਹਰਾ ਉਹ ਪੂਰੀ ਦੁਨੀਆ ਦੇ ਵਿੱਚ ਵਿਖਾ ਰਹੇ ਨੇ। ਇਹਨਾਂ ਨੇ ਜਨਾਬ ਜੀ ਇਹਨਾਂ ਨੂੰ ਧੋਖੇ ਦੇ ਨਾਲ ਨਾ ਬੁਲਾ ਲਿਆ ਕਿ ਕਿਸੇ ਮੀਟਿੰਗ ਦੇ ਵਿੱਚ, ਠੀਕ ਹੈ, ਅਤੇ ਉੱਥੇ ਬੁਲਾ ਕੇ ਅਤੇ ਮਤੀਉੱਲਾ ਜਾਨ ਨੇ ਜਿਹੜਾ ਨਾ ਉੱਥੇ ਖਿਤਾਬ ਕੀਤਾ ਅਤੇ ਉੱਥੇ ਪਾਕਿਸਤਾਨ ਦੀਆਂ ਬੁਰਾਈਆਂ ਬਿਆਨ ਕੀਤੀਆਂ, ਪਾਕਿਸਤਾਨ ਦੀ ਰਿਆਸਤ ਦੇ ਖਿਲਾਫ ਬੋਲਿਆ, ਪਾਕਿਸਤਾਨ ਦੀ ਗੌਰਮੈਂਟ ਦੇ ਖਿਲਾਫ ਬੋਲਿਆ, ਅਤੇ ਉਹਨਾਂ ਨੂੰ ਇਹ ਦੱਸਿਆ ਕਿ ਜੀ ਸਾਡੇ ਨਾਲ ਇੱਥੇ ਜ਼ੁਲਮ ਹੋ ਰਿਹਾ, ਜ਼ਿਆਦਤੀਆਂ ਹੋ ਰਹੀਆਂ ਨੇ ਅਤੇ ਇਹ ਹੁਕੂਮਤ ਠੀਕ ਨਹੀਂ ਹੈ, ਮੁਲਕ ਠੀਕ ਨਹੀਂ, ਰਿਆਸਤ ਠੀਕ ਨਹੀਂ ਹੈਗੀ, ਅਤੇ ਇਹਨਾਂ ਨੇ ਇੱਕ ਸ਼ਖਸ ਨੂੰ ਬਿਲਾ ਵਜ੍ਹਾ ਅੰਦਰ ਵਾੜ ਕੇ ਰੱਖਿਆ, ਉਹਦਾ ਕੋਈ ਗੁਨਾਹ ਨਹੀਂ ਹੈਗਾ, ਉਹ ਉਮਤ ਮੁਸਲਮਾਨ ਦਾ ਲੀਡਰ ਹੈ, ਉਹ ਫਲਾਣਾ ਹੈ, ਉਹ ਟਮਕਾਣਾ ਹੈ। ਫਿਰ ਇਸੇ ਤਰ੍ਹਾਂ 2-3 ਹੋਰ ਬੰਦਿਆਂ ਦਾ ਜ਼ਿਕਰ ਕੀਤਾ। ਉਹ ਜਿਹੜੇ ਸਨ ਸਹਾਫੀ ਇੰਟਰਨੈਸ਼ਨਲ ਸਹਾਫੀ ਅਮਰੀਕਾ ਦੇ ਜਿਹੜੇ ਸਨ, ਉਹ ਕੈਰੋਲੀਨ ਅਤੇ ਉਹ ਦੂਸਰੇ ਜਿੰਨੇ ਵੀ ਸਨ, ਉਹਨਾਂ ਨੇ ਉਹਦੀ ਸ਼ਕਲਾਂ ਦੇਖੀ, ਉਹਨਾਂ ਨੇ ਇਹ ਸਾਡੇ ਨਾਲ ਗੱਲਾਂ ਕੀ ਕਰਨ, ਸਾਨੂੰ ਇਹਨਾਂ ਨੇ ਕਿਹਾ ਸੀ ਕਿ ਜੀ ਅਸੀਂ ਤੁਹਾਡੇ ਇਜਾਜ਼ ਦੇ ਵਿੱਚ ਅਸ਼ਾਈਆ ਦੇਣਾ, ਅਸੀਂ ਤੁਹਾਡੀ ਮਹਿਮਾਨ ਨਵਾਜ਼ੀ ਕਰਨੀ, ਅਸੀਂ ਤੁਹਾਨੂੰ ਜਿਹੜਾ ਨਾ ਬੜਾ ਤੁਹਾਨੂੰ ਐਪਰੀਸ਼ੀਏਟ ਕਰਨਾ ਕਿ ਤੁਸੀਂ ਆਏ ਹੋ, ਤੁਹਾਡੇ ਮੁਲਕ ਦਾ ਅੱਛਾ ਚਿਹਰਾ, ਇਹ ਤਾਂ ਗੱਲ ਹੀ ਕੁਛ ਹੋਰ ਕਰ ਰਹੇ ਨੇ। ਲੇਕਿਨ ਉੱਥੇ ਵੀ ਕੈਰੋਲੀਨ ਜਿਹੜੀ ਸੀ ਨਾ ਉਹ ਜਿਹੜੀ ਉਹ ਜਰਨਲਿਸਟ ਸੀਗੀ ਜਿਹਦੇ ਡਾਇਰੈਕਟ ਤਾਲੁਕ ਹੈਗਾ ਡੋਨਲਡ ਟਰੰਪ ਦੇ ਨਾਲ, ਜਿਹਦੇ ਨਾਲ ਫੋਨ 'ਤੇ ਗੱਲਾਂ ਬਾਤ ਡਾਇਰੈਕਟ ਕਰਦੀ ਹੈ, ਠੀਕ ਹੈ ਨਾ, ਅਤੇ ਉਹਨੇ ਬਕਾਇਦਾ ਪ੍ਰੋਟੈਸਟ ਕੀਤਾ, ਉਹਨੇ ਕਿਹਾ ਵੀ ਅਸੀਂ ਤਾਂ ਬਿਲਕੁਲ ਵੀ ਨਹੀਂ ਇਹ ਚੀਜ਼ ਦੇਖ ਰਹੇ, ਅਸੀਂ ਤਾਂ ਇੱਥੇ ਆਏ ਹਾਂ ਰਿਪੋਰਟਿੰਗ ਕਰਨ ਆਇਆ, ਈਰਾਨ ਅਤੇ ਅਮਰੀਕਾ ਦੀ ਰਿਪੋਰਟਿੰਗ ਕਰਨ ਆਇਆ, ਅਤੇ ਪਾਕਿਸਤਾਨ ਦਾ ਜਿਹੜਾ ਕਿਰਦਾਰ ਹੈ ਅਸੀਂ ਤਾਂ ਉਹ ਬਿਆਨ ਕਰਨ ਆਇਆ, ਇਹ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਇਹ ਤਾਂ ਸਾਡੀ ਸਮਝ ਤੋਂ ਬਿਲਕੁਲ ਬਾਹਰ ਹੀ ਹੈ, ਠੀਕ ਹੈ। ਅਤੇ ਬਕਾਇਦਾ ਜਨਾਬ ਇਹਦਾ ਸਖਤ ਜਿਹੜਾ ਨਾ ਨੋਟਿਸ ਲਿੱਤਾ ਗਿਆ ਰਿਆਸਤ ਨੇ, ਅਤੇ ਉਹਨਾਂ ਨੇ ਕਿਹਾ ਜੀ ਕਿ ਇਹ ਕੰਮ ਠੀਕ ਨਹੀਂ। ਅੱਛਾ, ਚਿਹਰਾ ਇਹਦਾ ਚੈਨਲ ਹੈਗਾ ਜਿੱਥੇ ਕੰਮ ਕਰ ਰਿਹਾ ਸੀ, ਸਭ ਤੋਂ ਪਹਿਲੇ ਤਾਂ ਉਹਨੇ ਨੋਟਿਸ ਲਿੱਤਾ ਕਿ ਵੀ ਇਹ ਤਾਂ ਕੰਮ ਕੀ, ਇਹ ਗੱਦਾਰੀ ਹੈ, ਇਹ ਪਾਕਿਸਤਾਨ ਨਾਲ ਗੱਦਾਰੀ, ਰਿਆਸਤ ਦੇ ਨਾਲ ਗੱਦਾਰੀ ਹੈ ਕਿ ਤੂੰ ਇੰਟਰਨੈਸ਼ਨਲ ਮੀਡੀਆ ਨੂੰ ਗੱਲ ਕੀ ਕਰ ਰਹੇ, ਆਪਣੀ ਮੁਲਕ ਦੇ ਖਿਲਾਫ ਗੱਲ ਕਰ ਰਹੇ ਆ, ਆਪਣੀ ਰਿਆਸਤ ਦੇ ਖਿਲਾਫ ਗੱਲ ਕਰ ਰਹੇ, ਆਪਣੀ ਹੁਕੂਮਤ ਦੇ ਖਿਲਾਫ ਗੱਲ ਕਰ ਰਹੇ, ਉਹ ਮੁਸਬਤ ਰਿਪੋਰਟਿੰਗ ਕਰ ਰਹੇ, ਤੂੰ ਮਨਫੀਆਂ ਗੱਲਾਂ ਦੱਸੀ ਜਾ ਰਹੀਆਂ। ਸਮਝ ਆ ਰਹੀ? ਉਹੀ ਨਾ ਕੀੜਾ ਹੈ ਅੰਦਰ ਯੂਥਿਆਪੇ ਦਾ, ਉਹ ਨਿਕਲ ਨਹੀਂ ਰਿਹਾ, ਬੁਗਜ਼ ਹੈ ਕਿ ਮੁਲਕ ਤਰੱਕੀ ਕਿਉਂ ਕਰ ਰਿਹਾ, ਉਹ ਨਿਕਲ ਨਹੀਂ ਰਿਹਾ, ਠੀਕ ਹੈ ਨਾ। ਉੱਧਰੋਂ ਮਲਕ ਰਿਆਜ਼ ਕੋਲੋਂ ਪੈਸੇ ਕਮਾ ਰਿਹਾ, ਹਰਾਮ ਦੀ ਕਮਾਈ ਜਾ ਰਹੀ ਹੈ, ਨਵੇਂ ਘਰ ਬੰਦ ਨੇ ਅਤੇ ਨਵੀਆਂ ਗੱਡੀਆਂ ਆ ਰਹੀਆਂ ਨੇ, ਅਤੇ ਉਹਨੂੰ ਕੀ ਲੱਗੇ ਪਾਕਿਸਤਾਨ ਤਰੱਕੀ ਕਰਦਾ ਕਿ ਨਹੀਂ ਕਰਦਾ। ਅਤੇ ਲਿਹਾਜ਼ਾ ਇਸ ਗੱਲੋਂ ਜਿਹੜਾ ਨਾ ਮਤੀਉੱਲਾ ਜਾਨ ਨੂੰ ਉਹ ਚੈਨਲ ਨੇ ਬਾੜ ਕਰ ਦਿੱਤਾ, ਅਤੇ ਇਹ ਸਹਾਫੀ ਸੂਫੀ ਕੋਈ ਨਹੀਂ, ਯੂਟਿਊਬਰ ਹੈਗਾ ਜੇ, ਠੀਕ ਹੈ। ਅਤੇ ਉਹੀ ਹੁਣ ਆਪਣਾ ਚੈਨਲ ਦੁਬਾਰਾ ਖੋਲ੍ਹੇਗਾ ਅਤੇ ਫਿਰ ਉਹਦੇ 'ਚ ਜੋ ਬਕਵਾਸ ਹੈ ਕਰੇਗਾ ਅਤੇ ਝੂਠ ਬੋਲੇਗਾ, ਅਤੇ ਜੋ ਇਹਦੀ ਆਦਤ ਹੈ ਉਹੀ ਕਰੇਗਾ। ਉਸ ਤੋਂ ਇਲਾਵਾ ਜਿਹੜਾ ਨਾ ਇਹਦਾ ਕੋਈ ਉਹ ਸਹਾਫਤ ਦੇ ਵਿੱਚ ਕੋਈ ਅਹਿਮ ਕਿਰਦਾਰ ਨਹੀਂ ਹੈਗਾ। ਸਹਾਫੀ ਬਰਾਦਰੀ ਜਿੰਨੀ ਵੀ ਹੈਗੀ ਨਾ ਉਹ ਸਾਰੀ ਇਹਦੇ 'ਤੇ ਥੂ ਕਰ ਰਹੀ ਹੈ, ਲਾਂਤਾਂ ਭੇਜ ਰਹੀ ਹੈ ਅਤੇ ਕ੍ਰਿਟੀਸਾਈਜ਼ ਕਰ ਰਹੀ ਹੈ ਕਿ ਬਈ ਇਹ ਟਾਈਮ ਨਹੀਂ ਸੀ, ਇਹ ਮੌਕਾ ਨਹੀਂ ਸੀ ਕਿ ਤੁਸੀਂ ਆਪਣੇ ਮੁਲਕ ਦੇ ਖਿਲਾਫ ਬੋਲੋ, ਆਪਣੀ ਰਿਆਸਤ ਦੇ ਖਿਲਾਫ ਬੋਲੋ, ਤੁਸੀਂ ਗਲਤ ਕੀਤਾ, ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ।
ਠੀਕ ਹੈ। ਲੇਕਿਨ ਇਹ ਬੰਦਾ ਆਪਣਾ ਉੱਥੇ ਡਟਾਈ ਦੇ ਨਾਲ ਕਿ ਮੈਂ ਕੋਈ ਮਾਫੀ ਨਹੀਂ ਮੰਗਣੀ, ਮੈਂ ਜੋ ਕੀਤਾ ਮੈਂ ਸਹੀ ਕੀਤਾ। ਤੇ ਫਿਰ ਜੇ ਤੂੰ ਸਹੀ ਕੀਤਾ, ਜੇ ਤੂੰ ਸਮਝਿਆ, ਤੇ ਫਿਰ ਮੈਂ ਕਹਿੰਦਾ ਕਿ ਫਿਰ ਉਹ ਚੈਨਲ ਵਾਲਿਆਂ ਨੇ ਵੀ ਸਹੀ ਕੀਤਾ ਕਿ ਤੈਨੂੰ ਨੌਕਰੀ ਤੋਂ ਕੱਢ ਦਿੱਤਾ। ਤੂੰ ਆਪਣੀ ਹਰਾਮ ਦੀ ਕਮਾਈ ਜਿਹੜੀ ਨਾ ਉਹ ਖਾ, ਉਹ ਕਰ, ਉਹ ਜੋ ਤੂੰ ਕਰਦਾ ਤੂੰ ਭੌਂਕੀ ਜਾ ਆਪਣੇ ਚੈਨਲ ਦੇ ਵਿੱਚ, ਲੇਕਿਨ ਤੈਨੂੰ ਹੁਣ ਜਿਹੜਾ ਨਾ ਉਹ ਇੱਜ਼ਤ ਨਹੀਂ ਦੇਣੀ ਜਿਹੜੀ ਅਸੀਂ ਸਮਝ ਕੇ ਤੈਨੂੰ ਮਿਲਣੀ ਚਾਹੀਦੀ ਹੈ। ਅਤੇ ਮਤੀਲਾ ਜਾਨ ਨੂੰ ਜਿਹੜਾ ਜਿਸ ਤਰ੍ਹਾਂ ਕੱਢਿਆ ਗਿਆ ਨਾ, ਬਿਲਕੁਲ ਠੀਕ ਕੱਢਿਆ ਗਿਆ, ਕਿਉਂਕਿ ਇਹ ਮੁਲਕ ਦੇ ਖਿਲਾਫ ਬੋਲਿਆ, ਇਹ ਰਿਆਸਤ ਦੇ ਖਿਲਾਫ ਬੋਲਿਆ, ਇਹਨੇ ਗਦਾਰੀ ਕੀਤੀ ਹੈ ਮੇਰੀ ਨਜ਼ਰ ਦੇ ਵਿੱਚ। ਅਤੇ ਲਿਹਾਜ਼ਾ ਇਹਨੂੰ ਜਿਹੜਾ ਨਾ ਇਹਦੀ ਸਜ਼ਾ ਮਿਲਣੀ ਚਾਹੀਦੀ ਸੀ। ਅੱਜ ਮੰਗਲ ਹੈ ਅਤੇ ਮੰਗਲ ਨੂੰ ਤੁਹਾਨੂੰ ਪਤਾ ਹੈ ਕਿ ਅਲੀਮਾ ਖਾਨ ਕਰਦੀ ਹੈ ਅਡਿਆਲਾ ਜੇਲ੍ਹ ਦੇ ਬਾਹਰ ਸੰਗਲ, ਅਤੇ ਉਹੀ ਆਪਣੇ ਲੌਂਡੇ ਟਪਾਰੇ ਲੈ ਕੇ ਆਏ ਸਨ 10-12 ਲੋਕ, ਚਲੋ 20 ਲੋਕ ਲਾ ਲਓ, ਚਲੋ 2 ਦਰਜਨ ਕਰ ਲਓ, 2 ਦਰਜਨ ਬੁੱਢੀਆਂ ਦੇ ਨਾਲ, ਅਤੇ ਲੌਂਡੇ ਲਪਾਰੇ ਜਿਹੜੇ ਵੀਡੀਓ ਸ਼ੀਡੀਓ ਬਣਾਉਂਦੇ ਨੇ, ਟਿਕਟੋਕ ਵਗੈਰਾ ਬਣਾਉਂਦੇ ਨੇ, ਉਹਨਾਂ ਦੇ ਨਾਲ ਆਈ ਹੋਈ ਸੀ। ਅਤੇ ਬਸ ਉੱਥੇ ਉਹੀ ਆਪਣਾ ਵੀਡੀਓ ਸ਼ੀਡੀਓ ਬਣਾਈਏ ਅਤੇ ਬਣਾ ਕੇ ਅਤੇ ਦੌੜ ਗਈ ਹੈ। ਸਲਮਾਨ ਰਾਜਾ ਵੀ ਆਇਆ ਸੀ ਆਪਣੇ ਵਰਕਰਾਂ ਦੇ ਨਾਲ, ਆਪਣੇ ਲੋਕਾਂ ਦੇ ਨਾਲ, ਅਤੇ ਭਾਈਆਂ ਦੋਵੇਂ ਜਿਹੜੇ ਸਨ ਨਾ ਉਹ 500 ਗਜ਼ ਫਾਸਲੇ 'ਤੇ ਖਲੋਤੇ ਸਨ। ਸਲਮਾਨ ਰਾਜਾ ਤਾਂ ਕਹਿੰਦਾ ਕਿ ਨਹੀਂ ਜੀ ਸਾਡੇ ਕੋਈ ਤਾਲੁਕਾਤ ਖਰਾਬ ਨਹੀਂ, ਬਸ ਠੀਕ ਨੇ, ਲੇਕਿਨ ਦੋਵੇਂ ਜਿੰਨੀ ਦੇਰ ਤੱਕ ਅਡਿਆਲਾ ਬਾਹਰ ਰਹੇ ਨੇ ਅਤੇ ਇੱਕ ਦੂਸਰੇ ਦੇ ਕੋਲ ਨਹੀਂ ਹੈ। ਉਹ ਆਪਣੀ ਮਹਿਫਿਲ ਦੇ ਵਿੱਚ ਖਲੋਤੀ ਰਹੀ ਅਤੇ ਉਹ ਆਪਣੇ ਮਹਿਫਿਲ 'ਚ ਖਲੋਤਾ ਰਿਹਾ, ਉੱਥੇ ਹੀ ਆਪਣਾ ਟਾਈਮ ਗੁਜ਼ਾਰਿਆ, ਵੀਡੀਓ ਸ਼ੀਡੀਓ ਬਣਾਈ, ਤਸਵੀਰਾਂ ਬਣਾਈਆਂ ਨੇ ਅਤੇ ਨਿਕਲ ਗਏ ਨੇ। ਠੀਕ ਹੈ। ਅਤੇ ਇਹ ਹਰ ਮੰਗਲ ਨੂੰ ਸੰਗਲ ਹੁੰਦਾ, ਅਤੇ ਜੁਮੇਰਾਤ ਨੂੰ ਆਉਂਦੇ ਨੇ, ਉਹੀ ਆਪਣਾ ਨਿਆਜ਼ਾ ਵੰਡ ਕੇ ਖਾਬਾ ਚੱਬਾ ਖਾਧਾ, ਵੀਡੀਓ ਸ਼ੀਡੀਓ ਬਣਾਈ ਅਤੇ ਨਿਕਲ ਗਏ। ਕੋਈ ਇਮਰਾਨ ਦੀ ਰਿਹਾਈ, ਕੋਈ ਇਮਰਾਨ ਦੀ ਆਜ਼ਾਦੀ, ਨਥਿੰਗ, ਕੁਛ ਵੀ ਨਹੀਂ ਹੈ। ਠੀਕ ਹੈ ਨਾ, ਸਭ ਢੋਂਗ ਹੈ, ਸਭ ਫਰਾਡ ਹੈ, ਅਤੇ ਟਾਈਮ ਪਾਸ ਹੋ ਰਿਹਾ। ਅਤੇ ਇਮਰਾਨ ਦੇ ਨਾਲ ਇਹਨਾਂ ਦੀ ਕੋਈ ਵਫਾਦਾਰੀ ਨਹੀਂ ਹੈ, ਅਤੇ ਨਾ ਹੀ ਇਮਰਾਨ ਨੂੰ ਬਾਹਰ ਕੱਢਣਾ ਚਾਹ ਰਹੇ ਨੇ, ਸਮਝ ਆ ਰਹੀ। ਅਤੇ ਬਸ ਉਹੀ ਇਹ ਤੁਹਾਨੂੰ ਦੱਸਣਾ ਸੀ। 10,000 ਬੰਦਾ ਹਰ ਵਾਰੀ ਕਹਿੰਦੀ ਹੈ, ਲੇਕਿਨ 2 ਦਰਜਨ ਬੰਦੇ ਹੀ ਆਉਂਦੇ ਨੇ ਅਤੇ ਆ ਕੇ ਵੀਡੀਓ ਸ਼ੀਡੀਓ ਬਣਾ ਕੇ ਅਤੇ ਦੌੜ ਜਾਂਦੇ ਨੇ, ਹੋਰ ਕੁਛ ਨਹੀਂ ਕਰਦੇ। ਇਹ ਸਨ ਜਨਾਬ ਅੱਜ ਦੀਆਂ ਖਬਰਾਂ ਜਿਹੜੀਆਂ ਮੈਂ ਤੁਹਾਡੇ ਗੋਸ਼ੇ ਗੁਜ਼ਾਰ ਕਰ ਦਿੱਤੀਆਂ, ਅਤੇ ਮੇਰੇ ਕੋਲ ਜੋ ਮਾਲੂਮਾਤ ਸੀ ਉਹ ਮੈਂ ਪੇਸ਼ ਕਰ ਦਿੱਤੀਆਂ। ਆਪਣੇ ਖਿਆਲਾਤ ਦਾ ਇਜ਼ਹਾਰ ਜ਼ਰੂਰ ਕਰੋ, ਲੇਕਿਨ ਤਹਿਜ਼ੀਬ ਦੇ ਦਾਇਰੇ ਦੇ ਨਾਲ, ਅਤੇ ਮੇਰੇ ਵੀਲੌਗ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਲਾਈਕ ਕਰੋ ਅਤੇ ਸਬਸਕ੍ਰਾਈਬ ਕਰੋ, ਅਤੇ ਘੰਟੀ ਦੇ ਨਿਸ਼ਾਨ ਨੂੰ ਦਬਾਓ ਤਾਂ ਕਿ ਮੇਰਾ ਵੀਲੌਗ बर वक्त ਤੁਹਾਡੇ ਤੱਕ ਪਹੁੰਚੇ। ਆਪਣਾ ਵੀਲੌਗ ਮੈਂ ਇਸ ਨਾਰੇ ਦੇ ਨਾਲ ख़त्म ਕਰਨਾ, ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ।